सत श्री अकाल जी दोस्तों, मैं हाँ स्वर्ण सिंह टैणा। तुसीं देख रहे हो प्राइम मिनिस्टर टीवी ਤੇ हर रोज़ की तरह ही प्रोग्राम खबर ਦੀ खबर लैके हाज़र हाँ। पहली ਵੱਡੀ खबर ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ मौसम ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਚੋਖੀ ਸੀ। 40 ਡਿਗਰੀ ਤੋਂ ਉੱਪਰ ਤਾਪਮਾਨ, ਘੱਟ ਤੋਂ ਘੱਟ 22 ਡਿਗਰੀ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਰਹਿਣੀ ਹੈ। ਪਰ ਇਹ ਵੀ ਗੱਲ ਕਹੀ ਗਈ ਹੈ ਕਿ 29-30 ਤਰੀਕ ਤੱਕ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ। ਹਨੇਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਦਿੱਲੀ ਦੇ ਵਿੱਚ ਪੰਜਾਬ ਤੋਂ ਵੀ ਵੱਧ ਗਰਮੀ ਆ। ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਆ ਜਿਹੜੇ, ਉਹ ਗਰਮੀ ਦਾ ਟਾਕਰਾ ਕਰਨ ਦੇ ਲਈ ਪੱਖਿਆਂ ਦੇ ਨਾਲ, ਕੂਲਰਾਂ ਦੇ ਨਾਲ ਜਾਂ ਹੋਰ ਜੋ ਵੀ ਉਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਜਾ ਸਕਦੇ, ਭਾਵੇਂ ਝੌਂਪੜੀਆਂ ਦੇ ਰੂਪ ਦੇ ਵਿੱਚ ਹੈ, ਭਾਵੇਂ ਟੈਂਟਾਂ ਦੇ ਵਿੱਚ ਥਰਮੋਕੋਲ ਲਾ ਕੇ ਆ, ਜੋ ਕੁਝ ਉਹ ਕਰ ਸਕਦੇ ਆ ਉਹ ਕਰ ਰਹੇ ਆ। ਤੇ ਇਹੋ ਜਿਹੇ ਸਿਰੜੀ ਲੋਕਾਂ ਨੂੰ ਮੈਂ ਹਰ ਰੋਜ਼ ਸਲਾਮ ਕਰਦਾ ਵੀ ਹਾਂ ਤੇ ਕਰਨੀ ਵੀ ਚਾਹੀਦੀ ਆ। ਮੈਨੂੰ ਇਕੱਲੇ ਨੂੰ ਨਹੀਂ, ਸਾਨੂੰ ਸਾਰਿਆਂ ਨੂੰ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਨਾਲ ਸੰਬੰਧਿਤ। ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਦੁਨੀਆ ਭਰ ਦੇ ਵਿੱਚ ਮੀਡੀਆ ਦੇ ਵੱਲੋਂ, ਅੰਤਰਰਾਸ਼ਟਰੀ ਮੀਡੀਆ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਉੱਤੇ, ਭਾਰਤ ਦੀ ਸਰਕਾਰ ਦੇ ਉੱਤੇ ਬੜੇ ਦੋਸ਼ ਲਾਏ ਜਾ ਰਹੇ ਆ। ਕਿੰਤੂ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਸਰਕਾਰ ਨੇ ਓਵਰ ਕੌਨਫੀਡੈਂਸ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਬਲਦੀ ਦੇ ਬੂਥੇ ਦੇ ਵਿੱਚ ਪਾਤਾ। ਸਮੱਸਿਆ ਖਤਮ ਹੋਣ ਦੀ ਥਾਂ ਦੇ ਉੱਤੇ 1.25 ਸਾਲ ਬਾਅਦ ਦੁੱਗਣੀ ਚੌਗਣੀ ਹੋ ਗਈ ਹੈ। ਤੇ ਹਾਲੇ ਵੀ ਜੇਕਰ ਅਸੀਂ ਇਹ ਗੱਲ ਕਹਿਣੀ ਆ ਅੱਖਾਂ ਬੰਦ ਕਰਕੇ ਕਿ ਸਾਹਿਬ ਜੀ ਨੇ ਸਾਰਾ ਕੁਝ ਠੀਕ ਕਰਤਾ, ਜੇਕਰ ਮੋਦੀ ਸਾਹਿਬ ਨਾ ਹੁੰਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ, ਇਸ ਵਕਤ ਆ ਵੀ ਗੱਲ ਹੋ ਗਈ, ਇਸ ਵਕਤ ਆ ਵੀ ਗੱਲ ਹੋ ਗਈ, ਉਹ ਫਿਰ ਮਤਲਬ ਇਹ ਆ ਵੀ ਅਸੀਂ ਸੱਚ ਨੂੰ ਪਛਾਣਨ ਤੋਂ ਇਨਕਾਰੀ ਹਾਂ। ਪਰ ਜੋ ਸਥਿਤੀਆਂ ਨਜ਼ਰ ਆ ਰਹੀਆਂ ਤੇ ਜੋ ਸੱਚ ਦਿਸ ਰਿਹਾ ਉਹ ਇਹੀ ਹੈ ਕਿ ਜੇਕਰ ਵੇਲੇ ਸਿਰ ਸਾਡੀ ਸਰਕਾਰ ਦੇ ਵੱਲੋਂ ਤੇ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਤੇ ਆਮ ਲੋਕਾਂ ਦੇ ਵੱਲੋਂ ਸੋਚਿਆ ਵਿਚਾਰਿਆ ਤੇ ਸਮਝਿਆ ਗਿਆ ਹੁੰਦਾ ਤਾਂ ਅੱਜ ਵਾਲੇ ਹਾਲਾਤ ਪੈਦਾ ਨਹੀਂ ਸੀ ਹੋਣੇ। ਹਰ ਰੋਜ਼ ਭਾਰਤ ਦੇ ਵਿੱਚ 2500 3000 ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਇਹ ਸਿਰਫ ਸਰਕਾਰੀ ਅੰਕੜਾ, ਇਹ ਗੈਰ ਸਰਕਾਰੀ ਅੰਕੜਾ ਨਹੀਂ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੌਤਾਂ ਹੋ ਸਕਦੀਆਂ, ਕਿਉਂਕਿ ਲੰਘੇ ਕੱਲ੍ਹ ਪੱਤਰਕਾਰਾਂ ਦੇ ਵੱਲੋਂ ਪਤਾ ਲੱਗਾ ਕਿ ਮਨੋਹਰ ਲਾਲ ਖੱਟੜ ਹੋਰਾਂ ਨੂੰ ਸਵਾਲ ਕੀਤਾ ਗਿਆ ਕਿ ਕੇਂਦਰ ਦੀ ਸਰਕਾਰ ਦੇ ਉੱਤੇ ਕੁਝ ਕੁ ਲੋਕ ਦੋਸ਼ ਲਾਉਂਦੇ ਆ ਕਿ ਇਹ ਮੌਤਾਂ ਦੀ ਗਿਣਤੀ ਦੇ ਵਿੱਚ ਹੇਰਾਫੇਰੀ ਕਰ ਰਹੀ ਹੈ। ਯਾਨੀ ਕਿ ਮੌਤਾਂ ਵੱਧ ਹੋ ਰਹੀਆਂ ਪਰ ਇੱਜ਼ਤ ਬਚਾਉਣ ਦੇ ਲਈ ਘੱਟ ਦੱਸੀਆਂ ਜਾ ਰਹੀਆਂ। ਤਾਂ ਅੱਗੋਂ ਖੱਟੜ ਦਾ ਉੱਤਰ ਦੇਖ ਲਓ। ਉਹ ਕਹਿੰਦੇ ਵੀ ਰੌਲਾ ਪਾਉਣ ਦੇ ਨਾਲ ਕਿਹੜਾ ਮਰਿਆ ਉੱਠ ਕੇ ਬਹਿ ਜਾਂਦਾ, ਜਿਹੜਾ ਮਰ ਗਿਆ ਉਹਨੇ ਰੌਲਾ ਪਾਉਣ ਦੇ ਨਾਲ ਜਿਉਂਦਾ ਨਹੀਂ ਹੋਣਾ। ਇਸ ਕਰਕੇ ਅਸੀਂ ਤਾਂ ਕੋਈ ਝੂਠ ਨਹੀਂ ਬੋਲਦੇਗੇ ਤੇ ਸਾਡੀ ਸਰਕਾਰ ਤਾਂ ਸਭ ਕੁਝ ਠੀਕ ਕਰ ਰਹੀ ਆ। ਮਤਲਬ ਇਹ ਆ ਵੀ ਇਹ ਗੈਰ ਜ਼ਿੰਮੇਵਾਰੀ ਵਾਲੇ ਜਿਹੜੇ ਬਿਆਨ ਆ ਪਹਿਲਾਂ ਵੀ ਦਿੱਤੇ ਜਾਂਦੇ ਰਹੇ ਆ, ਅੱਜ ਵੀ ਦਿੱਤੇ ਜਾ ਰਹੇ ਆ। ਪਰ ਦੁੱਖ ਦੀ ਗੱਲ ਇਹ ਹੈ ਵੀ ਭਾਰਤ ਦੇ ਵਿੱਚ ਇਸ ਵਕਤ ਵੱਖ-ਵੱਖ ਥਾਵਾਂ ਤੋਂ ਖਬਰਾਂ ਆ ਰਹੀਆਂ, ਹਸਪਤਾਲਾਂ ਦੇ ਬਾਹਰ ਕਤਾਰਾਂ ਲੱਗੀਆਂ ਹੋਈਆਂ ਮਰੀਜ਼ਾਂ ਦੀਆਂ। ਭਾਰਤ ਦੇ ਵਿੱਚ ਇਸ ਵਕਤ ਡਾਕਟਰ ਨੂੰ ਉਡੀਕ ਰਹੇ ਆ, ਜਿਹੜੇ ਕਿ ਹਸਪਤਾਲ ਦੇ ਬਾਹਰ ਕੋਈ ਰੇਹੜੀ ਦੇ ਵਿੱਚ ਬੈਠਾ, ਕੋਈ ਐਂਬੂਲੈਂਸ ਦੇ ਵਿੱਚ ਹੀ ਪਿਆ, ਕੋਈ ਰਿਕਸ਼ੇ ਦੇ ਉੱਤੇ ਆਇਆ, ਕੋਈ ਆਟੋ ਦੇ ਵਿੱਚ ਆਇਆ ਤੇ ਕਈ ਲੋਕ ਆਪਦੇ ਸਿਲੰਡਰ ਦਾ ਪ੍ਰਬੰਧ ਖੁਦ ਕਰਕੇ ਆਏ ਆ। ਨੱਕ ਨੂੰ ਆਕਸੀਜਨ ਵਾਲਾ ਮਾਸਕ ਲੱਗਾ ਤੇ ਉਡੀਕ ਕੀਤੀ ਜਾ ਰਹੀ ਹੈ ਡਾਕਟਰ ਦੀ, ਉਸ ਡਾਕਟਰ ਦੀ ਜਿਹਨੂੰ ਅਸੀਂ ਰੱਬ ਰੂਪੀ ਕਹਿੰਦੇ ਆ। ਤੇ ਭਾਰਤ ਦੇ ਵਿੱਚ ਹੁਣ ਇਹ ਰੱਬ ਕਿੰਨੇ ਕੁ ਰਹਿ ਗਏ ਤੇ ਕਿਹੋ ਜਿਹੇ ਰਹਿ ਗਏ ਆਪਾਂ ਇਹ ਬਾਰੇ ਵੀ ਜਾਣਦੇ ਹਾਂ। ਪਰ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਹੈ ਵੀ ਸਥਿਤੀਆਂ ਕੀ ਬਣੀਆਂ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਵੀ ਕਰੋਨਾ ਟੈਸਟਿੰਗ ਵਾਸਤੇ ਸਹੀ ਕਿੱਟ ਨਹੀਂ ਮਿਲਦੀ। ਜੇ ਕਿੱਟ ਮਿਲ ਜਾਂਦੀ ਆ, ਬੰਦਾ ਕਰੋਨਾ ਪੋਜ਼ੀਟਿਵ ਆ ਗਿਆ, ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਬੈੱਡ ਨਹੀਂ ਮਿਲਦਾ। ਜੇ ਬੈੱਡ ਮਿਲ ਗਿਆ ਤਾਂ ਫਿਰ ਆਕਸੀਜਨ ਨਹੀਂ ਮਿਲਦੀ ਤੇ ਜੇਕਰ ਮੌਤ ਹੋ ਗਈ ਤਾਂ ਫਿਰ ਵੇਲੇ ਸਿਰ ਸ਼ਮਸ਼ਾਨ ਘਾਟ ਦੇ ਵਿੱਚ ਵਾਰੀ ਵੀ ਨਹੀਂ ਮਿਲਦੀ। ਯਾਨੀ ਕਿ ਅਲਵਿਦਾ ਆਖਣ ਦੇ ਵੇਲੇ ਬੰਦੇ ਨੂੰ ਵੀ ਕਈ ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ। ਗੱਲ ਇਕੱਲੀ ਦਿੱਲੀ ਦੀ ਨਹੀਂ, ਗੱਲ ਇਕੱਲੀ ਵਾਰਾਣਸੀ ਦੀ ਨਹੀਂ, ਗੱਲ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਦੀ ਨਹੀਂ, ਸਗੋਂ ਭਾਰਤ ਦੇ ਵੱਖ-ਵੱਖ ਸਾਰੇ ਹੀ ਹਿੱਸਿਆਂ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਜਿਹੜੀਆਂ ਕਿ ਚਿੰਤਤ ਕਰਦੀਆਂ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ। ਗੱਲ ਇਹ ਵੀ ਹੈ ਵੀ ਕਈ ਲੋਕ ਕਹਿੰਦੇ ਵੀ ਕਰੋਨਾ ਨਹੀਂ ਹੈ। ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਵੀ ਕਰੋਨਾ ਨਹੀਂ ਆ, ਅਸੀਂ ਇਹ ਧਾਰਨਾ ਕਿਉਂ ਬਣਾਈ ਬੈਠੇ ਆ। ਕਰੋਨਾ ਹੈ ਜਾਂ ਨਹੀਂ ਹੈ ਇਹ ਸਾਡੀ ਆਪੋ ਆਪਣੀ ਮਰਜ਼ੀ ਹੈ, ਪਰ ਜੋ ਵੀ ਹੈ ਸਾਨੂੰ ਇਸ ਵਕਤ ਬਚਾ ਰੱਖਣਾ ਚਾਹੀਦਾ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਸਖਤ ਹਦਾਇਤਾਂ ਹੋਰ ਜਾਰੀ ਕੀਤੀਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਸ਼ੁੱਕਰਵਾਰ ਸ਼ਾਮੀ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ, ਯਾਨੀ ਕਿ 2.5 ਪੌਣੇ 3 ਦਿਨ ਬਣਦੇ ਆ, ਇਹ ਪੂਰੇ ਦਾ ਪੂਰਾ ਲੋਕਡਾਊਨ ਰਹੂਗਾ ਪੰਜਾਬ ਦੇ ਵਿੱਚ। ਇੱਕ ਤੋਂ ਦੂਜੀ ਥਾਂ ਤੱਕ ਲੋਕ ਨਹੀਂ ਜਾ ਸਕਦੇ, ਕੋਈ ਦੁਕਾਨ ਨਹੀਂ ਖੁੱਲ੍ਹੀ ਰਹਿਣੀ, ਸਿਰਫ ਤੇ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਨਿੱਜੀ ਦਫ਼ਤਰ ਹੈ ਉਹ ਵਰਕ ਫਰਾਮ ਹੋਮ ਕਰਨ। ਤੇ ਇਹ ਵੀ ਗੱਲ ਕਹੀ ਗਈ ਹੈ ਕਿ ਸ਼ਾਮ ਨੂੰ 6 ਵਜੇ ਤੱਕ ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਹੋਣੀ ਚਾਹੀਦੀ। ਸੜਕਾਂ ਦੇ ਉੱਤੇ ਪੰਜਾਬ ਦੇ ਵਿੱਚ 6 ਵਜੇ ਤੋਂ ਬਾਅਦ ਸੁੰਨ ਪਸਰ ਜਾਂਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿੱਥੋਂ ਕਿਹੜੀ ਦੁਖਦਾਈ ਖਬਰ ਆਈ ਹੈ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਲੋਕ ਇੰਨੀ ਕਤਾਰਾਂ ਦੇ ਵਿੱਚ ਖੜੇ ਨੇ, ਡਰੇ ਹੋਏ, ਸਹਿਮੇ ਹੋਏ। ਲਾ ਇਲਾਜ ਕਰੋਨਾ ਦੀ ਦੂਜੀ ਲਹਿਰ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਨੇ। ਸਰਦੀ, ਬੁਖਾਰ ਤੇ ਖੰਘ ਹੋਈ ਤਾਂ ਟੈਸਟ ਦੀ ਲਾਈਨ, ਜੇ ਰਿਪੋਰਟ ਪੋਜ਼ੀਟਿਵ ਆ ਗਈ ਤਾਂ ਹਸਪਤਾਲ ਦੇ ਬਾਹਰ ਲਾਈਨ, ਤੇ ਜੇ ਕਿਸੇ ਤਰੀਕੇ ਨਾਲ ਬੈੱਡ ਮਿਲ ਗਿਆ ਤਾਂ ਫਿਰ ਆਕਸੀਜਨ ਦੇ ਲਈ ਲਾਈਨ, ਜੇ ਤਬੀਅਤ ਵਿਗੜ ਗਈ
ਤਾਂ ਉਸ ਤੋਂ ਬਾਅਦ ਰੈਮਡੀਸਿਵਰ ਵਾਸਤੇ ਲਾਈਨ, ਤੇ ਜੇਕਰ ਜ਼ਿਆਦਾ ਵਿਗੜੀ ਤਾਂ ਵੈਂਟੀਲੇਟਰ ਵਾਸਤੇ ਲਾਈਨ, ਤੇ ਜੇਕਰ ਜ਼ਿੰਦਗੀ ਚਲੀ ਗਈ, ਜਾਨ ਨਿਕਲ ਗਈ, ਤਾਂ ਉਸ ਤੋਂ ਬਾਅਦ ਅੰਤਮ ਸੰਸਕਾਰ ਦੇ ਵਾਸਤੇ ਸ਼ਮਸ਼ਾਨ ਘਾਟ ਦੇ ਵਿੱਚ ਲਾਈਨ। ਕੋਈ ਇੱਕ ਸੂਬਾ, ਕੋਈ ਇੱਕ ਸ਼ਹਿਰ ਜਾਂ ਹਸਪਤਾਲ ਨਹੀਂ ਜਿੱਥੋਂ ਦੇ ਲੋਕ ਇਹੋ ਜਿਹੀ ਮੁਸ਼ਕਲ ਦੇ ਵਿੱਚੋਂ ਨਾ ਗੁਜ਼ਰ ਰਹੇ ਹੋਣ। ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਬਿਹਾਰ, ਮਹਾਰਾਸ਼ਟਰ, ਦਿੱਲੀ ਹੋਵੇ ਜਾਂ ਫਿਰ ਕੋਈ ਹੋਰ ਛੋਟਾ ਵੱਡਾ ਸੂਬਾ, ਹਰ ਜਗ੍ਹਾ ਜ਼ਿੰਦਾ ਤੇ ਮੁਰਦਾ ਲੋਕਾਂ ਦਾ ਇਹੋ ਜਿਹਾ ਹੀ ਮਕਾਮ ਹੈ। ਹਰ ਥਾਂ ਦੇ ਉੱਤੇ ਕਤਾਰ, ਸਿਰਫ ਤੇ ਸਿਰਫ ਕਤਾਰ ਦੇ ਵਿੱਚ ਖੜੇ ਨੇ ਲੋਕ। ਵੱਖ-ਵੱਖ ਥਾਵਾਂ ਦੇ ਉੱਤੋਂ ਨਸ਼ਰ ਹੋਈਆਂ ਫੋਟੋਆਂ ਬੜਾ ਕੁਝ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀਆਂ ਨੇ। ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਸੋਮਵਾਰ ਨੂੰ ਇੱਕ ਹਸਪਤਾਲ ਦੇ ਬਾਹਰ ਐਂਬੂਲੈਂਸਾਂ ਦੀ ਕਤਾਰ ਲੱਗੀ ਰਹੀ। ਇਹਦੇ ਵਿੱਚ ਕਰੋਨਾ ਦੇ ਮਰੀਜ਼ ਐਡਮਿਟ ਹੋਣ ਦਾ ਇੰਤਜ਼ਾਰ ਕਰ ਰਹੇ ਨੇ। ਹਸਪਤਾਲ ਦੇ ਅੰਦਰੋਂ ਬੁਲਾਵਾ ਆਵੇ ਤਾਂ ਇਹਨਾਂ ਨੂੰ ਜਗ੍ਹਾ ਮਿਲੇ। ਕਈ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਕਿ ਮਰੀਜ਼ਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਐਂਬੂਲੈਂਸਾਂ ਦੇ ਵਿੱਚ ਲੈ ਕੇ ਘੁੰਮ ਰਹੇ ਨੇ, ਪਰ ਹਸਪਤਾਲ ਖਾਲੀ ਨਹੀਂ। ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਨਹੀਂ, ਸਰਕਾਰ ਲਾਚਾਰੀ ਦਿਖਾ ਰਹੀ ਹੈ। ਅਦਾਲਤ ਝਾੜ ਪਾ ਰਹੀ ਹੈ। ਇਸ ਦੇ ਬਾਵਜੂਦ ਮਰੀਜ਼ਾਂ ਵਾਸਤੇ ਆਕਸੀਜਨ ਦਾ ਵੇਲੇ ਸਿਰ ਇੰਤਜ਼ਾਮ ਨਹੀਂ ਹੋ ਰਿਹਾ। ਉਹਨਾਂ ਦੇ ਪਰਿਵਾਰ ਵਾਲੇ ਖਾਲੀ ਸਿਲੰਡਰ ਲੈ ਕੇ ਰੀਫਲ ਸੈਂਟਰ ਦੇ ਬਾਹਰ ਕਤਾਰਾਂ ਦੇ ਵਿੱਚ ਖੜੇ ਰਹਿੰਦੇ ਨੇ। ਇਸ ਇੰਤਜ਼ਾਰ ਦੇ ਵਿੱਚ ਕਈ ਵਾਰ ਮਰੀਜ਼ਾਂ ਦੇ ਸਾਹਾਂ ਦੀ ਡੋਰ ਟੁੱਟ ਜਾਂਦੀ ਹੈ। ਇਸੇ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਸ਼ਮਸ਼ਾਨ ਘਾਟਾਂ ਦੇ ਵਿੱਚ ਇੱਕੋ ਵੇਲੇ ਕਈ ਚਿਖਾਵਾਂ ਬਲ ਰਹੀਆਂ ਨੇ। ਕਈ ਥਾਵਾਂ ਦੇ ਉੱਤੇ ਟੋਕਨ ਵੰਡੇ ਜਾ ਰਹੇ ਨੇ। ਇਹ ਕੰਮ ਕਰਨ ਵਾਲੇ ਲੋਕ ਥੱਕ ਕੇ ਚੂਰ ਹੋ ਜਾਂਦੇ ਨੇ, ਪਰ ਲਾਸ਼ਾਂ ਆਉਣ ਦਾ ਸਿਲਸਿਲਾ ਨਹੀਂ ਰੁਕਦਾ। ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਮਰਨ ਵਾਲੇ ਨੂੰ ਅੰਤਮ ਸੰਸਕਾਰ ਨਸੀਬ ਹੁੰਦਾ। ਮਹਾਰਾਸ਼ਟਰ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਵਿੱਚ ਸਭ ਤੋਂ ਵੱਧ ਕੇਸ ਆ ਰਹੇ ਨੇ। ਇਹੀ ਕਾਰਨ ਹੈ ਕਿ ਇੱਥੇ ਵੈਕਸੀਨੇਸ਼ਨ ਵੀ ਵੱਡੇ ਪੱਧਰ ਦੇ ਉੱਤੇ ਕੀਤੀ ਜਾ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਵੀ ਹਾਲਾਤ ਨੇ, ਲੱਗਦਾ ਨਹੀਂ ਕਿ ਛੇਤੀ ਕਿਤੇ ਇਸ ਮਸਲੇ ਦੇ ਉੱਤੇ ਕਾਬੂ ਪਾਇਆ ਜਾ ਸਕੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਭਾਰਤ ਡਿਜੀਟਲ ਹੈ। ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਭਾਰਤ ਵਰਗਾ ਸਮਰੱਥ ਕੋਈ ਨਹੀਂ। ਸਾਨੂੰ ਵੇਖ ਕੇ ਦੁਨੀਆ ਦੇ ਵੱਖ-ਵੱਖ ਦੇਸ਼ ਕੰਬਦੇ ਆ। ਅਸੀਂ ਪਾਕਿਸਤਾਨ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਆ। ਸਾਡੀ ਇੱਕ ਦਹਾੜ ਸੁਣ ਕੇ ਚੀਨ ਪੈਰ ਪਿਛਾਂਹ ਨੂੰ ਖਿੱਚ ਲੈਂਦਾ ਤੇ ਡੋਕਲਾਮ ਖੇਤਰ ਦੇ ਵਿੱਚੋਂ ਫੁਰਰ ਹੋ ਜਾਂਦਾ। ਪਰ ਜੋ ਹਕੀਕਤ ਹੈ ਉਹਦੇ ਬਾਬਤ ਕੌਣ ਨਹੀਂ ਜਾਣਦਾ। ਜੇਕਰ ਕਿਸੇ ਗਰੀਬ ਨੂੰ ਰੋਟੀ ਨਾ ਮਿਲੇ, ਤੇ ਜੇਕਰ ਕੋਈ ਬੰਦਾ ਬਿਮਾਰ ਹੋ ਜੇ ਤਾਂ ਉਹਨੂੰ ਹਸਪਤਾਲ ਦੇ ਵਿੱਚ ਬੈੱਡ ਨਾ ਮਿਲੇ, ਤੇ ਜੇਕਰ ਉਹਦੀ ਮੌਤ ਹੋ ਜਾਂਦੀ ਹੈ ਤਾਂ ਹਸਪਤਾਲ ਦੇ ਪ੍ਰਬੰਧਕ ਉਹਨਾਂ ਚਿਰ ਲਾਸ਼ ਨਾ ਦੇਣ ਜਿੰਨਾ ਚਿਰ ਤੁਸੀਂ 2, 4, 5 ਲੱਖ ਰੁਪਈਆ ਜੋ ਬਣਿਆ ਬਿੱਲ ਦਾ ਉਹ ਨਹੀਂ ਜਮ੍ਹਾਂ ਕਰਾਉਂਦੇ, ਤਾਂ ਫਿਰ ਆਪਾਂ ਕੀ ਲੈਣਾ ਕਿਸੇ ਦੇਸ਼ ਨੂੰ ਡਰਾ ਕੇ? ਫਿਰ ਅਸੀਂ ਕੀ ਲੈਣਾ ਪਰਮਾਣੂ ਬੰਬਾਂ ਤੋਂ? ਫਿਰ ਅਸੀਂ ਕੀ ਲੈਣਾ ਇਸ ਸਥਿਤੀ ਤੋਂ ਵੀ ਸਾਡੇ ਕੋਲ ਤਾਕਤ ਬਹੁਤ ਹੈ? ਤਾਕਤ ਚਾਹੀਦੀ ਹੈ ਲੋਕਾਂ ਨੂੰ ਬਚਾਉਣ ਦੇ ਲਈ, ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਲਈ। ਲੰਘੇ ਕੱਲ੍ਹ ਮੈਂ ਇੱਕ ਰਿਪੋਰਟ ਪੜ੍ਹੀ, ਮੇਰਾ ਗੱਚ ਭਰ ਆਇਆ ਉਸ ਰਿਪੋਰਟ ਨੂੰ ਪੜ੍ਹ ਕੇ। ਮਹਾਰਾਸ਼ਟਰ ਦੇ ਵਿੱਚ ਇੱਕ ਹਸਪਤਾਲ ਹੈ। ਉਸ ਹਸਪਤਾਲ ਦੇ ਵਿੱਚ ਐਤਵਾਰ ਨੂੰ 30 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ। ਉਹਨਾਂ 30 ਨੂੰ ਲੈ ਕੇ ਗਏ 2 ਐਂਬੂਲੈਂਸਾਂ ਦੇ ਰਾਹੀਂ ਸ਼ਮਸ਼ਾਨ ਘਾਟ ਦੇ ਵਿੱਚ। ਇੱਕ ਐਂਬੂਲੈਂਸ ਦੇ ਵਿੱਚ 22 ਲਾਸ਼ਾਂ ਪਾਈਆਂ, ਇੱਕ ਐਂਬੂਲੈਂਸ ਦੇ ਵਿੱਚ 8 ਲਾਸ਼ਾਂ ਰੱਖੀਆਂ। ਉਹ 22 ਲਾਸ਼ਾਂ ਇਵੇਂ ਆ ਜਿਵੇਂ ਅਸੀਂ ਅਲਮਾਰੀ ਦੇ ਵਿੱਚ ਕੱਪੜੇ ਰੱਖਦੇ ਹਾਂ। ਜਿਵੇਂ ਅਸੀਂ ਕੋਈ ਚੀਜ਼ ਇੱਕ ਦੇ ਉੱਤੇ ਦੂਜੀ, ਦੂਜੀ ਦੇ ਉੱਤੇ ਤੀਜੀ, ਤੀਜੀ ਦੇ ਉੱਤੇ ਚੌਥੀ ਰੱਖਦੇ ਹਾਂ। ਲਾਸ਼ ਦੇ ਉੱਤੇ ਲਾਸ਼ ਰੱਖ ਕੇ ਇਉਂ ਲੈ ਕੇ ਗਏ ਜਿਵੇਂ ਤੂੜੀ ਵਾਲੇ ਕੋਠੇ 'ਚ ਤੂੜੀ ਪਾਈ ਹੁੰਦੀ ਹੈ। ਉਸ ਤੋਂ ਬਾਅਦ ਰੌਲਾ ਪੈ ਗਿਆ ਕਿਉਂਕਿ ਇੱਕ ਇੱਕ ਚਿਖਾ ਦੇ ਉੱਤੇ 3-3, 4-4 ਜਾਣੇ ਪਾ ਕੇ ਤੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਆ। ਉਹਨਾਂ ਨੂੰ ਸੰਸਕਾਰ ਕਰ ਦਿੱਤਾ ਗਿਆ ਤੇ ਹੁਣ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਇਸ ਮਾਮਲੇ ਦੀ ਪੜਤਾਲ ਕਰਵਾ ਰਹੇ ਹਾਂ। ਭਾਰਤ ਦੇ ਵਿੱਚ ਕਿਹੜੀ ਐਸੀ ਪੜਤਾਲ ਆ ਜਿਹੜੀ ਸਮਾਂ ਲੰਘੇ ਤੋਂ ਬਾਅਦ ਵੀ ਸਹੀ ਤਰੀਕੇ ਨਾਲ ਹੁੰਦੀ ਹੋਵੇ? ਇਹ ਤਾਂ SIT ਅੱਜ ਤੱਕ ਜਿੰਨੀਆਂ ਬਣੀਆਂ ਉਹਦਾ ਕੁਝ ਨਹੀਂ ਬਣਦਾ ਗਾ। ਤੇ ਇਹ ਪ੍ਰਸ਼ਾਸਨਿਕ ਤੌਰ ਦੇ ਉੱਤੇ ਪ੍ਰਬੰਧ ਕਿਹੋ ਜਿਹੇ ਹੋਣਗੇ ਤੇ ਕਿਹੋ ਜਿਹੀ ਪੜਤਾਲ ਹੋਊਗੀ, ਆਪਾਂ ਇਹਦੇ ਬਾਰੇ ਅੰਦਾਜ਼ਾ ਲਾ ਸਕਦੇ ਹਾਂ। ਪਰ ਇਹ ਇੱਕ ਥਾਂ ਦਾ ਵੇਰਵਾ ਨਹੀਂ, ਲੁਧਿਆਣੇ ਦੇ ਵਿੱਚ ਵੀ ਇਹ ਕੁਝ ਹੋ ਰਿਹਾ। ਲੁਧਿਆਣੇ ਦੇ ਵਿੱਚ ਵੀ ਆਮ ਨਾਲੋਂ ਵੱਧ ਸਿਵੇ ਬਲ ਰਹੇ ਆ। ਦੂਜੀ ਗੱਲ ਇਹ ਆ ਕਿ ਲੁਧਿਆਣੇ ਦੇ ਵਿੱਚ ਇੱਕ ਖਬਰ ਆਈ, ਉੱਥੇ ਇੱਕ ਪ੍ਰਵਾਸੀ ਮਜ਼ਦੂਰ ਆ, ਉਹਨੂੰ ਐਂਬੂਲੈਂਸ ਦੀ ਲੋੜ ਸੀ ਕਿਉਂਕਿ ਉਹਦੀ ਕੋਈ ਪਰਿਵਾਰਕ ਜੀ ਆ ਜਿਹੜਾ ਬਿਮਾਰ ਪੈ ਗਿਆ। ਉਹਨੇ ਐਂਬੂਲੈਂਸ ਵਾਲੇ ਨੂੰ ਕਿਹਾ ਜੀ ਕਿ ਤੁਸੀਂ, ਬੇਨਤੀ ਹੈ ਮੇਰੀ ਕਿ ਸਾਡੇ ਟੱਬਰ ਦੇ ਜੀ ਦੀ ਮੌਤ ਹੋ ਗਈ ਹੈ, ਇਹਨੂੰ ਅਸੀਂ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣਾ। ਤੇ ਉਹ ਕਹਿੰਦਾ ਜੀ 3500 ਰੁਪਈਆ ਲੱਗੂਗਾ। ਬੰਦੇ ਦੀ ਜੇਬ ਦੇ ਵਿੱਚ 35 ਰੁਪਈਏ ਵੀ ਨਹੀਂ। ਉਹਨੇ ਇਸ ਕਰਕੇ ਰੇੜਾ ਲਿਆ ਤੇ ਰੇੜੇ ਦੇ ਉੱਤੇ ਉਹ ਲਾਸ਼ ਨੂੰ ਲੈ ਕੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਆ ਗਿਆ। ਇਸੇ ਤਰੀਕੇ ਦੇ ਨਾਲ ਇੱਕ ਬੰਦੇ ਦੀ ਮਾਤਾ ਦੀ ਮੌਤ ਹੋ ਗਈ, ਉਹ ਵੀ ਲੁਧਿਆਣੇ ਤੋਂ ਆ। ਉਹ ਬੰਦਾ ਆਟੋ ਰਿਕਸ਼ੇ ਦੇ ਵਿੱਚ ਆਪਣੀ ਮਾਤਾ ਦੀ ਡੈੱਡ ਬੋਡੀ ਨੂੰ ਲੈ ਕੇ ਆਇਆ ਸ਼ਮਸ਼ਾਨ ਘਾਟ ਦੇ ਵਿੱਚ। ਸੋ ਇਹ ਪੰਜਾਬ ਦੇ ਵਿੱਚ ਹਾਲਾਤ ਆ। ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਬਾਕਮਾਲ ਹੈ, ਇਹ ਵੀ ਗੱਲ ਕਹੀ ਜਾਂਦੀ ਹੈ। ਪਰ ਇੱਕ ਤਸਵੀਰ ਇਹ ਵੀ ਹੈ ਜਿਹੜੀ ਕਿ ਵੱਖ-ਵੱਖ ਅਖਬਾਰਾਂ ਦੇ ਵਿੱਚ ਸੁਰਖੀ ਬਣ ਕੇ ਸਾਹਮਣੇ ਆਈ ਹੈ। ਸੋ ਭਾਰਤ ਦੇ ਵਿੱਚ ਗੱਲਾਂ ਬਾਤਾਂ ਦੇ ਨਾਲ ਤਾਂ ਬਹੁਤ ਕੁਝ ਹੁੰਦਾ, ਗੱਲਾਂ ਦਾ ਕੜਾਹ ਬਣਾਉਣਾ ਤਾਂ ਮਿੱਠਾ ਘੱਟ ਕਿਉਂ ਪਾਉਣਾ, ਇਹੋ ਜਿਹੀਆਂ ਗੱਲਾਂ ਚੱਲਦੀਆਂ। ਤੇ ਮਨ ਕੀ ਬਾਤ ਜਦੋਂ ਮਰਜ਼ੀ ਕਰਾ ਲਓ। ਮਨ ਕੀ ਬਾਤ ਦੇ ਰਾਹੀਂ ਅਸੀਂ ਮਸਲੇ ਸਾਰੇ ਹੱਲ ਕਰ ਦਿੰਦੇ ਹਾਂ। ਮਨ ਕੀ ਬਾਤ ਦੇ ਰਾਹੀਂ ਤਾਂ ਅਸੀਂ ਦੁਨੀਆ ਨੂੰ ਸਲਾਹਾਂ ਦਿੰਦੇ ਹਾਂ ਵੀ ਜੇਕਰ ਤੁਹਾਨੂੰ ਸਾਡੀ ਕੋਈ ਲੋੜ ਹੋਈ ਫਿਰ ਦੱਸਿਓ। ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ
ਕਿ ਅਸੀਂ ਪਾਕਿਸਤਾਨ ਦੇ ਕੋਲੋਂ ਮਦਦ ਲੈ ਲੈਂਦੇ ਆ ਤੇ ਪਾਕਿਸਤਾਨ ਦੀ ਈਦੀ ਫਾਊਂਡੇਸ਼ਨ ਨੇ ਵੀ ਗੱਲ ਕਹਿਤੀ ਵੀ ਸਾਡੇ ਕੋਲੇ ਇੰਨੀਆਂ ਐਂਬੂਲੈਂਸਾਂ ਹੈਗੀਆਂ ਤੇ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਆ। ਪਰ ਕੇਂਦਰ ਦੀ ਸਰਕਾਰ ਕਹਿੰਦੀ ਨਾ, ਇਹਨਾਂ ਤੋਂ ਆਪਾਂ ਮਦਦ ਨਹੀਂ ਲੈਣੀ ਗੀ। ਮਤਲਬ ਇਹ ਆ ਵੀ ਫਿਰ ਉੱਥੇ ਉਹੀ ਰੌਲਾ ਆ ਗਿਆ ਵੀ ਆਪਣੀ ਸਾਂਝ ਤਾਂ ਤਿੜਕੀ ਹੋਈ, ਆਪਾਂ ਜੋੜਨੀ ਕਿਹੜੀ ਗੱਲੋਂ ਆ। ਸੋ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ, ਕਿਉਂਕਿ ਕੱਲ੍ਹ ਸੁਪਰੀਮ ਕੋਰਟ ਨੇ ਵੀ ਝਾੜ ਪਾਈ ਹੈ ਤੇ ਇਹ ਗੱਲ ਕਹੀ ਹੈ ਕਿ ਇਸ ਵਕਤ ਕਰੋਨਾ ਮਹਾਮਾਰੀ ਨੂੰ ਰਾਸ਼ਟਰੀ ਸੰਕਟ ਐਲਾਨਿਆ ਜਾਣਾ ਚਾਹੀਦਾ ਤੇ ਬਹੁਤ ਬੁਰੇ ਹਾਲ ਆ। ਤੇ ਇਸ ਵਕਤ ਇਸ ਬੁਰੇ ਹਾਲ ਦੇ ਵਿੱਚੋਂ ਨਿਕਲਣ ਦੇ ਲਈ ਸਾਨੂੰ ਸੂਬਿਆਂ ਦੀਆਂ ਸਰਕਾਰਾਂ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਪਊਗਾ। ਬੇਨਤੀ ਸਾਰੇ ਲੋਕਾਂ ਨੂੰ ਵੀ ਹੈ ਕਿ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਰੱਖੋ ਤੇ ਬੇਨਤੀ ਹੱਥ ਜੋੜ ਕੇ ਰਾਜਨੀਤਿਕ ਲੋਕਾਂ ਨੂੰ ਵੀ ਹੈ ਵੀ ਖੇਖਣਬਾਜ਼ੀ ਬਹੁਤ ਹੋ ਗਈ, ਲਾਸ਼ਾਂ ਦੇ ਉੱਤੇ ਸਿਵਿਆਂ ਦੇ ਉੱਤੇ ਰੋਟੀਆਂ ਸੇਕਣੀਆਂ ਬਹੁਤ ਹੋ ਗਈਆਂ। ਹੁਣ ਕਦੇ ਨਾ ਕਦੇ ਮਨੁੱਖੀ ਜਾਮੇ ਦੇ ਵਿੱਚ ਲੋਕ ਪੱਖੀ ਕੰਮ ਵੀ ਕਰ ਲਓ, ਤੁਹਾਨੂੰ ਲੋਕ ਚੇਤੇ ਰੱਖਣ। ਪੰਜਾਬ ਦੀ ਰਾਜਨੀਤੀ ਹਰ ਰੋਜ਼ ਉਸਲ ਵੱਟੇ ਲੈ ਰਹੀ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਇਉਂ ਖੜਾ ਹੋ ਰਿਹਾ ਵੀ ਜਿਵੇਂ ਕਿ ਰਾਜਨੀਤਿਕ ਲੋਕ ਇਹ ਮਨ ਬਣਾ ਚੁੱਕੇ ਆ ਵੀ ਭਾਈ ਹੁਣ ਤਾਂ ਚੋਣਾਂ ਦਾ ਪੈੜਾ ਜਿਹੜਾ ਉਹ ਭੱਖ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਜੋ ਜਿਵੇਂ ਕਰ ਸਕਦੇ ਹਾਂ ਕੁੱਦ ਲਓ, ਇਹਦੇ ਵਿੱਚ ਬਸ ਮੇਲਾ ਲੁੱਟ ਲਓ। ਉਹਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਦੋਸ਼ਾਂ ਦਾ ਸਿਲਸਿਲਾ ਸਿਖਰ ਦੇ ਉੱਤੇ ਵੀ ਪਹੁੰਚਾਇਆ ਜਾ ਰਿਹਾ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਾਂਗਰਸ ਦੇ ਵਿੱਚ ਖਲਬਲੀ ਮੱਚੀ ਹੈ, ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਵੀ ਫਾਇਦਾ ਕਿਹਨੂੰ ਹੋਣਾ ਤੇ ਨੁਕਸਾਨ ਕਿਹਦਾ ਹੋਣਾ। ਪਰ ਇਹ ਤਾਂ ਗੱਲ ਪੱਕੀ ਹੈ ਵੀ ਨੁਕਸਾਨ ਆਮ ਲੋਕਾਂ ਦਾ ਹੀ ਹੋਣਾ, ਕਿਉਂਕਿ ਬਲੀ ਦੇ ਬੱਕਰੇ ਤਾਂ ਉਹੀ ਆ। ਉਹ ਵਿਚਾਰੇ ਝੰਡੀ ਚੁੱਕਣ ਜੋਗੇ ਆ, ਉਹ ਨਾਅਰਾ ਲਾਉਣ ਜੋਗੇ ਆ, ਉਹ ਵੋਟ ਪਾਉਣ ਜੋਗੇ ਆ ਤੇ ਆਪਦੀ ਉਂਗਲ ਦੇ ਉੱਤੇ ਲੱਗਾ ਸਹੀ ਦਾ ਨਿਸ਼ਾਨ ਆ ਜਿਹੜਾ ਉਹਨੂੰ ਵੇਖ ਕੇ, ਉਸ ਨਿਸ਼ਾਨ ਨੂੰ ਦੇਖ ਕੇ ਇਹ ਗੱਲ ਮਾਣ ਦੇ ਰੂਪ ਦੇ ਵਿੱਚ ਮਹਿਸੂਸ ਹੀ ਕਰਦੇ ਰਹਿ ਜਾਂਦੇ ਆ ਕਿ ਲੋਕਤੰਤਰ ਦੀ ਮਜ਼ਬੂਤੀ ਅੱਜ ਸਾਡੇ ਬਟਨ ਨੱਪਣ ਦੇ ਕਰਕੇ ਵੀ ਹੋਈ ਹੈ। ਪਰ ਬਾਅਦ ਦੇ ਵਿੱਚ ਉਹ ਆਪ ਨੱਪੇ ਜਾਂਦੇ ਮਜਬੂਰੀਆਂ ਦੇ ਥੱਲੇ, ਗੁਰਬਤ ਦੇ ਥੱਲੇ, ਲੋੜਾਂ ਦੇ ਥੱਲੇ। ਉਹਨਾਂ ਨੂੰ ਬਾਹਰ ਕੱਢਣ ਵਾਲਾ ਕੋਈ ਹੁੰਦਾ ਨਹੀਂ। ਉਹ ਨਿਸ਼ਾਨ ਕਈ ਦਿਨਾਂ ਬਾਅਦ ਮਿਟ ਜਾਂਦਾ ਤੇ ਉਹਨਾਂ ਦੇ ਬਸ ਸਾਰਾ ਲੇਖ ਵੀ ਮਿਟੇ ਹੀ ਪਏ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਿਆ। ਉਹਨਾਂ ਨੇ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਹੈ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਕੋਈ ਵਿਅਕਤੀ, ਜਦੋਂ ਕੋਈ ਨੇਤਾ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਦੇ ਖਿਲਾਫ ਬੋਲਣ ਲੱਗ ਪਏ, ਇਹਦਾ ਮਤਲਬ ਇਹ ਹੁੰਦਾ ਕਿ ਉਹ ਹੁਣ ਉਡਾਰੀ ਮਾਰ ਕੇ ਕਿਸੇ ਹੋਰ ਪਾਰਟੀ ਵਿੱਚ ਜਾਣਾ ਚਾਹੁੰਦਾ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇੱਕ ਚੈਲੰਜ ਵੀ ਕੀਤਾ ਕਿ ਜੇਕਰ ਭਾਈ ਭੁਲੇਖਾ ਹੈ ਤਾਂ ਉਹ ਕੱਢ ਲੈਣਾ ਚਾਹੀਦਾ ਤੇ ਜੇਕਰ ਤੁਹਾਨੂੰ ਲੱਗਦਾ ਵੀ ਬਹੁਤ ਵੱਡਾ ਦਮ ਹੈ ਤਾਂ ਫਿਰ ਪਟਿਆਲੇ ਤੋਂ ਚੋਣ ਲੜਨ ਦਾ ਐਲਾਨ ਕਰ ਲੈਣਾ ਚਾਹੀਦਾ ਨਵਜੋਤ ਸਿੱਧੂ ਨੂੰ। ਤੇ ਦਾਅਵੇ ਨਾਲ ਕਹਿੰਦੇ ਆ ਕਿ ਨਵਜੋਤ ਸਿੱਧੂ ਦਾ ਹਾਲ ਵੀ ਜਨਰਲ ਜੇ ਸਿੰਘ ਵਾਲਾ ਹੋਊਗਾ, ਜ਼ਮਾਨਤ ਜ਼ਬਤ ਹੋਊਗੀ। ਕੈਪਟਨ ਅਮਰਿੰਦਰ ਸਿੰਘ ਇੰਨੇ ਤਿੱਖੇ ਰੌਂ ਦੇ ਵਿੱਚ ਬੋਲਣਗੇ ਲੱਗਦਾ ਨਹੀਂ ਸੀ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਕੋਈ ਪਾਰਟੀ ਇਸ ਵਕਤ ਸਿੱਧੂ ਨੂੰ ਲੈਣ ਵਾਸਤੇ ਤਿਆਰ ਨਹੀਂ ਆ ਤੇ ਉਹਨੂੰ ਕਾਂਗਰਸ ਦੇ ਵਿੱਚ ਹੀ ਮਾਣ ਸਤਿਕਾਰ ਮਿਲ ਸਕਦਾ ਸੀ। ਪਰ ਨਵਜੋਤ ਸਿੱਧੂ ਨੇ ਉਸ ਤੋਂ ਬਾਅਦ ਫਿਰ ਤਵਾ ਲਾਇਆ। ਉਹ ਟਵੀਟ ਹੀ ਕਰਦੇ ਹੁੰਦੇ ਆ। ਹੁਣ ਤੱਕ ਪਿਛਲੇ ਕਈ ਦਿਨਾਂ ਦੇ ਵਿੱਚ 13-14 ਤਾਂ ਮੇਰਾ ਖਿਆਲ ਟਵੀਟ ਕਰ ਚੁੱਕੇ, ਜਿਹੜੇ ਕਿ ਮੈਂ ਹੀ ਪੜ੍ਹ ਲਏ ਆ। ਉਹ ਫਿਰ ਸ਼ੇਅਰ ਵੀ ਛੱਡਦੇ ਆ, ਉਹ ਆਪਣੀ ਗੱਲ ਵੀ ਰੱਖਦੇ ਆ। ਗੱਲਾਂ ਉਹਨਾਂ ਦੀਆਂ ਕਈ ਆਪਣੀ ਥਾਂ ਦੇ ਉੱਤੇ ਸਹੀ ਆ। ਪਰ ਹੁਣ ਜਦੋਂ ਵਿਰੋਧੀ ਪਾਰਟੀਆਂ ਵੀ ਸਵਾਲ ਕਰਦੀਆਂ ਤੇ ਆਪਣੀ ਪਾਰਟੀ ਵਾਲੇ ਵੀ ਕਰਨ ਲੱਗੇ, ਕਿਉਂਕਿ ਪਿਛਲੇ ਦਿਨੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੀ ਬੇਅਦਬੀ ਕਾਂਡ ਉਦੋਂ ਹੋਇਆ ਜਦੋਂ 2015 ਦੇ ਵਿੱਚ ਨਵਜੋਤ ਸਿੰਘ ਸਿੱਧੂ ਸੰਸਦ ਮੈਂਬਰ ਸੀ। ਉਹਨਾਂ ਦੀ ਧਰਮ ਪਤਨੀ ਆ ਜਿਹੜੀ ਉਹ ਮੁੱਖ ਸੰਸਦੀ ਸਕੱਤਰ ਸੀ। 2016 ਦੇ ਵਿੱਚ ਨਵਜੋਤ ਸਿੱਧੂ ਕਾਂਗਰਸ ਦੇ ਵਿੱਚ ਆ ਗਏ। ਕਾਂਗਰਸ ਦੀ ਸਰਕਾਰ ਬਣ ਗਈ 17 ਦੇ ਵਿੱਚ। 2 ਸਾਲ ਉਹ ਕੈਬਨਿਟ ਮੰਤਰੀ ਰਹੇ ਆ। ਉਹਨਾਂ ਨੂੰ ਕੋਈ ਬੇਅਦਬੀ ਦਾ ਮੁੱਦਾ ਤੇ ਕੋਈ ਨਸ਼ਿਆਂ ਦਾ ਮੁੱਦਾ ਚੇਤੇ ਨਹੀਂ ਰਿਹਾ। ਪਰ ਜਦੋਂ ਉਹ ਕਾਂਗਰਸ ਦੇ ਵਿੱਚ ਵੀ ਹੈਗੇ ਆ ਤੇ ਉਹਨਾਂ ਨੇ ਇਸ ਵਕਤ ਕੁਰਸੀ ਆ ਜਿਹੜੀ ਕਿ ਕੈਬਨਿਟ ਮੰਤਰੀ ਵਾਲੀ ਉਹਦੇ ਤੋਂ ਪਰੇ ਹੋ ਗਏ ਆ, ਤਾਂ ਫਿਰ ਉਹਨਾਂ ਨੂੰ ਪੰਜਾਬ ਦੇ ਮੁੱਦੇ ਚੇਤੇ ਆਉਣ ਲੱਗ ਪਏ ਤੇ ਹੁਣ ਉਹਨਾਂ ਨੂੰ ਆਮ ਨਾਲੋਂ ਵੱਧ ਮੁੱਦੇ ਚੇਤੇ ਆ ਰਹੇ ਆ ਕਿਉਂਕਿ ਵੋਟਾਂ ਦਾ ਸਮਾਂ ਆ ਗਿਆ। ਸੋ ਜਦੋਂ ਆਪਦੀ ਪਾਰਟੀ ਦੇ ਲੋਕ ਸਿੱਧੂ ਦੇ ਉੱਤੇ ਹਮਲਾ ਕਰਦੇ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋਰਚਾ ਖੋਲ੍ਹਿਆ ਹੋਵੇ ਤੇ ਸਿੱਧੂ ਨੇ ਪਹਿਲਾਂ ਹੀ ਮੋਰਚਾ ਖੋਲ੍ਹਿਆ ਹੋਵੇ, ਤਾਂ ਇਉਂ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਨਵਜੋਤ ਸਿੱਧੂ ਆ ਜਿਹੜੇ ਉਹ ਆਪਣੇ ਹਮਖਿਆਲਾਂ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਦਾ ਗਠਨ ਕਰ ਸਕਦੇ ਆ। ਹੁਣ ਇਸ ਹਾਲਾਤ ਦੇ ਵਿੱਚ ਕਾਂਗਰਸ ਦੇ ਵਿੱਚ ਏਕਾ ਕਿਵੇਂ ਰਹੂਗਾ ਜਦੋਂ ਸੁਖਜਿੰਦਰ ਰੰਧਾਵਾ ਤੇ ਸੁਨੀਲ ਜਾਖੜ ਆਪ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫੇ ਦੀ ਪੇਸ਼ਕਸ਼ ਕਰਦੇ ਹੋਣ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਦੇ ਉੱਤੇ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਗੱਲ ਕਹਿੰਦੇ ਹੁਣ ਕਿ ਅੱਗੇ ਕਿਹੜਾ ਆਪਾਂ ਨੂੰ ਫੁੱਲ ਪੈਂਦੇ ਆ, ਹੁਣ ਤੁਹਾਡਾ ਵੀ ਅਸਤੀਫਾ ਅਸੀਂ ਕਿਵੇਂ ਮਨਜ਼ੂਰ ਕਰ ਲਈਏ। ਕਾਂਟਾ ਫੇਰਤਾ। ਮਤਲਬ ਇਹ ਆ ਵੀ ਮਸਲਾ ਬਹੁਤ ਵੱਡਾ। ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਅੰਦਰ ਖਲਬਲੀ ਮਚੂਗੀ ਤੇ ਲੋਕਾਂ ਨੂੰ ਸਵਾਦ ਆਊਗਾ। ਮੈਂ ਇਸ ਗੱਲ ਦੇ ਉੱਤੇ ਵੈਸੇ ਹੈਰਾਨ ਵੀ ਹੁੰਨਾ ਵੀ ਸਾਡੇ ਲਈ ਨਾ ਜਿਵੇਂ ਰੋਟੀ ਤੋਂ ਬਾਅਦ ਗੁੜ ਵਰਗੀਆਂ ਬਣ ਗਈਆਂ ਇਹ ਖਬਰਾਂ ਕਿ ਭਾਈ ਖਹਿਰਾ ਜਾਵੇਗਾ ਇੱਧਰ ਤੇ ਇਉਂ ਹੋਵੇਗਾ ਇੱਧਰ ਤੇ ਫਲਾਣੇ ਨੇ ਕਰ ਦੇਣਾ ਇਉਂ, ਪਰ ਸਾਡਾ ਕਦੇ ਕੁਝ ਨਹੀਂ ਬਣੇਗਾ ਤੇ ਰਾਜਨੀਤਿਕ ਲੋਕਾਂ ਦਾ ਕੁਝ ਨਾ ਕੁਝ ਹਾਰ ਕੇ ਵੀ ਬਣ ਜਾਂਦਾ। ਤੇ ਜੇਕਰ ਨਾ ਬਣਦਾ ਹੋਵੇ ਤਾਂ ਹਰਦੀਪ ਸਿੰਘ ਪੁਰੀ ਵਾਲੀ ਉਦਾਹਰਨ ਪੜ੍ਹ ਲਿਓ। ਜੇਕਰ ਫਿਰ ਵੀ ਭੁਲੇਖਾ ਹੋਵੇ ਤਾਂ ਅਰੁਣ ਜੇਟਲੀ ਵਾਲੀ ਉਦਾਹਰਨ ਵੀ ਪੜ੍ਹ ਲੈਣੀ ਚਾਹੀਦੀ ਹੈ। ਉਹ ਹਾਰ ਕੇ ਵੀ ਵਿੱਤ ਮੰਤਰੀ ਬਣ ਗਏ। ਅਸੀਂ ਜਿਤਾ ਕੇ ਵੀ ਕੁਝ ਨਹੀਂ ਆਪਣਾ ਬਣਾ ਸਕੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਸਵਾਲਾਂ ਦਾ ਜਵਾਬ
ਸੋਸ਼ਲ ਮੀਡੀਆ ਦੇ ਉੱਤੇ ਦਿੱਤਾ ਹੈ। ਸਿੱਧੂ ਨੇ ਸਿੱਧੇ ਤੌਰ ਦੇ ਉੱਤੇ ਕੈਪਟਨ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਚੁੱਕਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕਰਨ ਦੀ ਮੰਗ ਮੁੜ ਤੋਂ ਚੁੱਕੀ ਹੈ। ਸਿੱਧੂ ਨੇ ਟਵਿੱਟਰ ਤੇ ਫੇਸਬੁੱਕ ਦੇ ਉੱਤੇ ਲਿਖਿਆ, ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ, ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਿਆ। ਅਗਵਾਈ ਦੇ ਉੱਤੇ ਸਵਾਲ ਹੈ, ਮਨਸ਼ਾ ਦੇ ਉੱਤੇ ਬਵਾਲ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਜਿਹਦੇ 'ਚ ਲਿਖਿਆ ਸੀ ਕਿ ਪੰਜਾਬ ਦੀ ਚੇਤਨਤਾ ਨੂੰ ਭੜਕਾਉਣ ਦੇ ਸਭ ਯਤਨ ਅਸਫਲ ਹੋਣਗੇ। ਪੰਜਾਬ ਮੇਰੀ ਰੂਹ ਹੈ ਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਡੀ ਲੜਾਈ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹੈ। ਇਸ ਲੜਾਈ ਦੇ ਵਿੱਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ। ਨਵਜੋਤ ਸਿੱਧੂ ਨੇ ਇਹ ਤਿੱਖੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਨੇ। ਦਰਅਸਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੇ ਖਿਲਾਫ ਪਹਿਲਾ ਵੱਡਾ ਬਿਆਨ ਦਿੱਤਾ ਗਿਆ। ਕੈਪਟਨ ਨੇ ਸਿੱਧੂ ਨੂੰ ਆਪਣੇ ਖਿਲਾਫ ਚੋਣ ਲੜਨ ਦੀ ਚੇਤਾਵਨੀ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਜੇਕਰ ਸਿੱਧੂ ਵਿੱਚ ਦਮ ਹੈ ਤਾਂ ਮੇਰੇ ਖਿਲਾਫ ਪਟਿਆਲੇ ਤੋਂ ਚੋਣ ਲੜੇ। ਉਹਨਾਂ ਨੇ ਕਿਹਾ ਕਿ ਸਿੱਧੂ ਕਾਂਗਰਸ ਛੱਡ ਕੇ ਕਿਸੇ ਵੀ ਹੋਰ ਪਾਰਟੀ ਵਿੱਚ ਜਾਣ ਦੀ ਤਿਆਰੀ ਕਰ ਰਿਹਾ, ਪਰ ਕੋਈ ਪਾਰਟੀ ਉਹਨੂੰ ਲੈਣ ਵਾਸਤੇ ਤਿਆਰ ਨਹੀਂ। ਹਾਲਾਂਕਿ ਪਹਿਲਾਂ ਸੁਲ੍ਹਾ ਸਫਾਈ ਦੇ ਲਈ ਸਿੱਧੂ ਤੇ ਕੈਪਟਨ ਨੇ 2 ਵਾਰ ਇਕੱਠਿਆਂ ਲੰਚ ਵੀ ਕੀਤਾ, ਪਰ ਗੱਲ ਨਹੀਂ ਬਣੀ, ਜਿਸ ਤੋਂ ਬਾਅਦ ਸਿੱਧੂ ਕਈ ਵਾਰ ਆਪਣੀ ਹੀ ਸਰਕਾਰ ਦੇ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਚੁੱਕੇ ਨੇ ਤੇ ਆਖਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੇ ਖਿਲਾਫ ਇੰਨਾ ਵੱਡਾ ਬਿਆਨ ਦੇ ਦਿੱਤਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਜੰਗ ਚੱਲ ਰਹੀ ਹੈ, ਸ਼ਬਦਕ ਜੰਗ, ਉਸ ਤੋਂ ਬਾਅਦ ਇਉਂ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਨਵੀਂ ਧਿਰ ਵੀ ਖੜੀ ਹੋਊਗੀ। ਧਿਰਾਂ ਭਾਵੇਂ 2 ਖੜੀਆਂ ਹੋ ਜਾਣ ਤੇ ਭਾਵੇਂ ਹੋ ਜਾਣ 5, ਪਰ ਪੰਜਾਬ ਦੇ ਲੋਕਾਂ ਦਾ ਬਹੁ ਗਿਣਤੀ ਹਿੱਸਾ ਜਿਹੜਾ ਉਹ ਰਵਾਇਤੀ ਪਾਰਟੀਆਂ ਦੇ ਨਾਲ ਜੁੜਿਆ ਰਿਹਾ ਤੇ ਜੁੜਿਆ ਰਹਿਣਾ। ਹਾਲਾਂਕਿ ਮੇਰੀ ਕੋਈ ਦਿਲਚਸਪੀ ਨਹੀਂ ਕਿ ਭਾਈ ਫਲਾਣੀ ਪਾਰਟੀ ਨੂੰ ਵੋਟ ਪਾਓ, ਫਲਾਣੀ ਨੂੰ ਨਾ ਪਾਓ, ਇਹ ਤੁਹਾਡੀ ਸਾਡੀ ਸਮਝ ਦਾ ਆਪੋ ਆਪਣੀ ਦਾ ਹਿੱਸਾ। ਪਰ ਜਿਸ ਤਰੀਕੇ ਦੀਆਂ ਆਦਤਾਂ ਸਾਡੀਆਂ, ਅਸੀਂ ਉਹਨਾਂ ਪਾਰਟੀਆਂ ਦੇ ਵਿੱਚੋਂ ਬਾਹਰ ਨਿਕਲ ਨਹੀਂ ਸਕਦੇ ਤੇ ਇਹ ਧਾਰਨਾ ਸਮੇਂ-ਸਮੇਂ ਦੇ ਉੱਤੇ ਜਿਹੜੀ ਆ ਬਣੀ ਹੋਈ, ਇਹ ਆਉਂਦੇ ਸਮੇਂ ਦੇ ਵਿੱਚ ਪ੍ਰਗਟ ਵੀ ਹੋਣੀ ਆ ਵੀ ਆਹ ਦੇਖੋ ਜੀ ਫੇਰ ਇੱਥੇ ਪਹੁੰਚ ਗਏ, ਆਹ ਦੇਖੋ ਜੀ ਲੋਕ ਫੇਰ ਇੱਥੇ ਪਹੁੰਚ ਗਏ, ਆਹ ਦੇਖੋ ਜੀ ਫੇਰ ਨਾਅਰੇ ਲਾਈ ਜਾਂਦੇ ਆ, ਆਹ ਦੇਖੋ ਜੀ ਫੇਰ ਫਲਾਣੇ ਦੀ ਝੰਡੀ ਚੱਕੀ ਫਿਰਦੇ ਆ। ਸੋ ਇਸ ਵਕਤ ਜਿਸ ਕਦਰ ਕਾਂਗਰਸ ਦੇ ਅੰਦਰ ਕਲੇਸ਼ ਪਿਆ ਹੋਇਆ, ਇਹਦਾ ਦੂਰ ਰਸੀ ਨਤੀਜਾ ਕੀ ਨਿਕਲੂਗਾ ਇਹ ਆਉਣ ਵਾਲਾ ਵਕਤ ਦੱਸੂਗਾ। ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਸਿੱਧੂ ਨੇ ਆਪਦੀ ਪਾਰਟੀ ਬਣਾ ਲੈਣੀ ਆ, ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਨਹੀਂ ਉਹ ਆਮ ਆਦਮੀ ਪਾਰਟੀ 'ਚ ਜਾਣਗੇ, ਕੁਝ ਲੋਕਾਂ ਦਾ ਇਹ ਕਹਿਣਾ ਵੀ ਆਮ ਆਦਮੀ ਪਾਰਟੀ 'ਚ ਪਹਿਲਾਂ ਹੀ ਕਈ ਮੁੱਖ ਮੰਤਰੀ ਬਣੇ ਬੈਠੇ, ਇਸ ਕਰਕੇ ਭਾਈ ਉੱਥੇ ਤਾਂ ਦਾਲ ਗਲਣੀ ਨਹੀਂ, ਜੇ 17 'ਚ ਦਾਲ ਨਹੀਂ ਗਲੀ ਤਾਂ ਹੁਣ 22 ਦੇ ਵਿੱਚ ਕਿਵੇਂ ਗਲ ਜੂਗੀ। ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਉਹ ਬੀਜੇਪੀ ਦੇ ਵੱਲ ਜਾ ਸਕਦੇ ਆ। ਪਿਛਲੇ ਦਿਨੀ ਹਰਜੀਤ ਗਰੇਵਾਲ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਸਿੱਧੂ ਹੋਰੀ ਕਾਂਗਰਸ ਦੇ ਨੂੰ ਛੱਡ ਕੇ ਤੇ ਬੀਜੇਪੀ 'ਚ ਆ ਸਕਦੇ ਆ, ਕਿਉਂਕਿ ਉਹ ਪਹਿਲਾਂ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਮੀਆਂ ਬੀਵੀ ਕਿ ਜੇਕਰ ਅਕਾਲੀ ਦਲ ਭਾਜਪਾ ਅੱਡ-ਅੱਡ ਹੋ ਜਾਣ ਤਾਂ ਫਿਰ ਅਸੀਂ ਵਿਚਾਰ ਕਰ ਸਕਦੇ ਆ। ਤਾਂ ਗਰੇਵਾਲ ਹੋਰਾਂ ਨੇ ਕਿਹਾ ਸੀ ਕਿ ਅਨੁਸ਼ਾਸਨ ਦੀ ਕਮੀ ਹੈ, ਉਹ ਆਪਦੀ ਪਾਰਟੀ ਦੇ ਖਿਲਾਫ ਹੀ ਬੋਲਣ ਲੱਗ ਪੈਂਦੇ ਆ, ਇਸ ਕਰਕੇ ਔਖਾ ਲੱਗਦਾ। ਭਾਵੇਂ ਕਿ ਗਰੇਵਾਲ ਨੂੰ ਕਿਸੇ ਨੇ ਪੁੱਛਣਾ ਨਹੀਂ ਵੀ ਭਾਈ ਸਿੱਧੂ ਨੂੰ ਲੱਗੇ ਜਾਂ ਨਾ ਲੱਗੇ, ਪਰ ਗੱਲ ਇਹ ਆ ਵੀ ਉਹਨੇ ਆਪਣੇ ਵਿਚਾਰ ਦਿੱਤੇ। ਸੋ ਲੋੜ ਤਾਂ ਇਸ ਵਕਤ ਇਸ ਗੱਲ ਦੀ, ਭਾਵੇਂ 3 ਪਾਰਟੀਆਂ ਹੋਰ ਬਣ ਤੇ ਭਾਵੇਂ 13 ਹੋਰ ਬਣ ਜਾਣ, ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ। ਪਰ ਪੰਜਾਬ ਦੇ ਲੋਕਾਂ ਦਾ ਫਾਇਦਾ ਉਦੋਂ ਹੋਊਗਾ ਜਦੋਂ ਪੰਜਾਬ ਦੇ ਲੋਕ ਆਪ ਸਿਆਣੇ ਹੋਣਗੇ। ਅਸੀਂ ਅਸਲ ਦੇ ਵਿੱਚ ਉਲਾਂਭੇ ਦਿੰਦੇ ਆ, ਅਸੀਂ ਅਸਲ ਦੇ ਵਿੱਚ ਮਾੜਾ ਕਹਿੰਦੇ ਆ ਵੀ ਲੀਡਰਾਂ ਨੇ ਲੁੱਟ ਕੇ ਖਾ ਲਿਆ, ਪਰ ਅਸੀਂ ਆਪ ਕਿੰਨੇ ਕੁ ਇਮਾਨਦਾਰ ਆ ਇਹਦੇ ਬਾਰੇ ਵੀ ਜ਼ਰੂਰ ਚਿੰਤਨ ਕਰਨਾ ਚਾਹੀਦਾ ਕਿ ਅਸੀਂ ਸੱਚੀ ਮੁੱਚੀ ਇਮਾਨਦਾਰ ਆ, ਕਿ ਅਸੀਂ ਆਪਣੇ ਪਿੰਡ ਲਈ, ਪੰਜਾਬ ਲਈ, ਗਲੀ ਲਈ, ਮੁਹੱਲੇ ਲਈ, ਦੇਸ਼ ਲਈ ਕਦੇ ਕੁਝ ਕੀਤਾ, ਕਿ ਸਾਡੇ ਅੰਦਰ ਇਹੋ ਜਿਹਾ ਜਜ਼ਬਾ ਹੈ। ਜੇ ਸਾਡਾ ਜਜ਼ਬਾ ਹੀ 2 ਘੁੱਟ ਪੀਣ ਤੱਕ ਆ, 2 ਘੁੱਟ ਪੀਤੀ, ਭੁਜੀਆ ਖਾਦਾ, ਨਾਅਰੇ ਲਾਏ ਤੇ ਗੱਲ ਖਤਮ, ਤੇ ਫਿਰ ਆਪਣੇ ਨਾਲ ਇਹੀ ਕੁਝ ਹੋਣਾ ਜਿਹੜਾ ਅੱਜ ਤੱਕ ਹੁੰਦਾ ਰਿਹਾ। ਇਸ ਕਰਕੇ ਚੰਗੇ ਬਣਾਂਗੇ ਤਾਂ ਚੰਗੇ ਚੁਣਾਂਗੇ। ਗੋਦੀ ਮੀਡੀਆ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕਿਸਾਨਾਂ ਦੀ ਬਹੁਤ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਸਾਨਾਂ ਦੇ ਜਜ਼ਬੇ ਦੇ ਅੱਗੇ ਗੋਦੀ ਮੀਡੀਆ ਦੀ ਪੇਸ਼ ਚੱਲੀ ਨਹੀਂ। ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਕਿਸਾਨ ਅੰਦੋਲਨ ਨੂੰ ਢਾਹ ਲਾਈ ਆ ਗੋਦੀ ਮੀਡੀਆ ਨੇ। ਇਹ ਗੱਲ ਕੁਝ ਹੱਦ ਤੱਕ ਸਹੀ ਵੀ ਹੋ ਸਕਦੀ ਹੈ, ਪਰ ਇਹ ਜਿਹੜਾ ਸੋਸ਼ਲ ਮੀਡੀਆ ਜਾਂ ਪੰਜਾਬੀ ਮੀਡੀਆ ਜਾਂ ਲੋਕਾਂ ਦੀ ਚੇਤਨਤਾ ਜਿਹੜੀ, ਉਹਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਕਿ ਜੋ ਯਬਲੀਆਂ ਗੋਦੀ ਮੀਡੀਆ ਮਾਰਦਾ ਇਹਦੇ ਉੱਤੇ ਅਸੀਂ ਯਕੀਨ ਕਰੀਏ। ਗੋਦੀ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਵੀ ਕਹਿੰਦਾ ਰਿਹਾ, ਖਾਲਿਸਤਾਨੀ ਵੀ, ਮਾਓਵਾਦੀ ਵੀ, ਫੰਡਿੰਗਾਂ ਵਾਲੇ ਵੀ, ਪਿਕਨਿਕਾਂ ਵਾਲੇ ਵੀ, ਇਹ ਪਾਕਿਸਤਾਨ ਨਾਲ ਸਾਂਝ ਹੈ, ਜਿਹੜੀ ਚੀਨ ਨਾਲ ਸਾਂਝ ਆ, ਬੜਾ ਕੁਝ ਉਹਨਾਂ ਨੇ ਕਿਹਾ, ਪਰ ਹਕੀਕਤ ਕੀ ਹੈ ਆਪਾਂ ਜਾਣਦੇ ਹਾਂ। ਪੰਜਾਬ ਦਾ ਤੇ ਦੇਸ਼ ਦਾ ਕਿਸਾਨ 5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਬਾਰਡਰਾਂ ਦੇ ਉੱਤੇ ਬੈਠਾ, ਪਰ ਕੁਝ ਕੁ ਚੰਗੀਆਂ ਖਬਰਾਂ ਸਮੇਂ-ਸਮੇਂ ਦੇ ਉੱਤੇ ਆਈਆਂ ਜਿਨ੍ਹਾਂ ਦਾ ਕਦੇ ਗੋਦੀ ਮੀਡੀਆ ਨੇ ਜ਼ਿਕਰ ਨਹੀਂ ਕਰਨਾ। ਹੁਣ ਖਬਰ ਆਈ ਹੈ ਮੱਧ ਪ੍ਰਦੇਸ਼ ਦੇ ਕਿਸਾਨ ਦੇ ਰੂਪ ਦੇ ਵਿੱਚ। ਉਸ ਕਿਸਾਨ ਨੇ ਆਪਣੀ ਧੀ ਦੇ ਵਿਆਹ ਵਾਸਤੇ 2 ਲੱਖ ਰੁਪਈਆ ਰੱਖਿਆ ਸੀ, ਪਰ ਉਹਨੇ ਇਸ ਵਕਤ ਕਲੈਕਟਰ ਦੇ ਹੱਥ ਦੇ ਵਿੱਚ ਫੜਾ ਦਿੱਤਾ ਵੀ ਤੁਸੀਂ ਕਰੋਨਾ ਪੀੜਤਾਂ ਦੇ ਵੱਧ ਤੋਂ ਵੱਧ ਇਲਾਜ ਦੇ ਉੱਤੇ ਪੈਸੇ ਖਰਚ ਕਰੋ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਆ, ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਚੰਪਾਲਾਲ ਗੁਰਜਰ ਦਾ ਸੁਪਨਾ ਸੀ ਕਿ ਉਹ ਆਪਣੀ ਧੀ ਅਨੀਤਾ ਦਾ ਵਿਆਹ ਧੂਮਧਾਮ ਨਾਲ ਕਰੇਗਾ, ਪਰ ਕਰੋਨਾ ਦੇ ਕਹਿਰ ਨੇ ਉਹਨੂੰ ਦੁਖੀ ਕਰ ਦਿੱਤਾ। ਉਸ ਨੇ ਸੋਚਿਆ ਕਿ ਵਿਆਹ ਦੇ ਵਿੱਚ ਧੂਮ ਧੜੱਕੇ ਤੋਂ ਵੱਧ ਜ਼ਰੂਰਤ ਕਰੋਨਾ ਨਾਲ ਪੀੜਤ ਲੋਕਾਂ ਦੀ ਮਦਦ ਕਰਨੀ ਹੈ। ਚੰਪਾਲਾਲ ਨੇ ਆਪਣੀ ਧੀ ਦੇ ਵਿਆਹ ਵਾਸਤੇ ਜਿਹੜੇ ਪੈਸੇ ਇਕੱਠੇ ਕੀਤੇ ਸਨ 2 ਲੱਖ ਰੁਪਈਆ, ਉਹਦੇ ਵਿੱਚੋਂ ਕਲੈਕਟਰ ਨੂੰ ਸੌਂਪ ਦਿੱਤਾ
ਤੇ ਉਹ ਆਪਣੀਆਂ ਲਾਡਲੀਆਂ ਧੀਆਂ ਦੇ ਨਾਲ ਕਲੈਕਟਰ ਦੇ ਦਫ਼ਤਰ ਦੇ ਵਿੱਚ ਪਹੁੰਚੇ ਤੇ ਚੈੱਕ ਸੌਂਪਿਆ। ਉਹਨਾਂ ਦੀ ਮੰਗ ਹੈ ਕਿ ਇਹਨਾਂ ਰੁਪਈਆਂ ਦੇ ਨਾਲ ਆਕਸੀਜਨ ਸਿਲੰਡਰ ਖਰੀਦੇ ਜਾਣ ਤੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਕੁਝ ਨਾ ਕੁਝ ਪ੍ਰਬੰਧ ਚੰਗੇ ਕੀਤੇ ਜਾਣ। ਇਸ ਕਿਸਾਨ ਨੇ ਇਹ ਗੱਲ ਦੱਸੀ ਹੈ ਕਿ ਮੇਰਾ ਸੁਪਨਾ ਸੀ ਕਿ ਮੈਂ ਆਪਣੀਆਂ ਧੀਆਂ ਦੇ ਵਿਆਹ ਦੇ ਮੌਕੇ ਕੁਝ ਖਾਸ ਕਰਾਂ, ਪਰ ਜਦੋਂ ਹੁਣ ਚਾਰੇ ਪਾਸੇ ਮਹਾਮਾਰੀ ਫੈਲੀ ਹੋਈ ਹੈ ਤਾਂ ਮੇਰਾ ਚਿੱਤ ਕੀਤਾ ਕਿ ਮੈਂ ਵੀ ਕੋਈ ਨਾ ਕੋਈ ਯੋਗਦਾਨ ਲੋਕ ਪੱਖੀ ਕੰਮਾਂ ਦੇ ਵਿੱਚ ਪਾਵਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ ਇਸ ਕਿਸਾਨ ਦਾ ਕਦੇ ਵੀ ਕਿਸੇ ਗੋਦੀ ਮੀਡੀਆ ਨੇ ਜ਼ਿਕਰ ਨਹੀਂ ਕਰਨਾ ਵੀ ਕਿਸਾਨ ਇਹੋ ਜਿਹੇ ਕਮਾਲ ਦੇ ਕੰਮ ਵੀ ਕਰਦੇ ਆ। ਗੁਜਰਾਤ ਦੇ ਵਿੱਚ ਇੱਕ ਕਿਸਾਨ ਦਾ ਨਾਂ ਹੈਗਾ ਜੇਠੂ ਰਾਜ ਭਾਈ। ਉਹਨੇ ਆਪਣੇ 3 ਮੰਜ਼ਲਾ ਘਰ ਦੇ ਵਿੱਚ ਪਹਿਲੀ ਮੰਜ਼ਲ ਦੇ ਵਿੱਚ ਮਰੀਜ਼ ਰੱਖੇ ਆ, ਦੂਜੀ ਮੰਜ਼ਲ ਦੇ ਵਿੱਚ ਮਰੀਜ਼ਾਂ ਦੇ ਵਾਰਸ ਰੱਖੇ ਆ, ਤੀਜੀ ਮੰਜ਼ਲ ਦੇ ਵਿੱਚ ਉਹ ਖੁਦ ਰਹਿੰਦਾ। ਉਹਨਾਂ ਮਰੀਜ਼ਾਂ ਦੇ ਲਈ ਡਾਕਟਰਾਂ ਦਾ ਪ੍ਰਬੰਧ, ਆਕਸੀਜਨ ਦਾ ਪ੍ਰਬੰਧ, ਦਵਾਈ ਬੂਟੀ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਉਹ ਖੁਦ ਕਰ ਰਿਹਾ। ਹੁਣ ਤੱਕ 65 ਮਰੀਜ਼ ਉਹਦੇ ਘਰ ਦੇ ਵਿੱਚੋਂ ਤੰਦਰੁਸਤ ਹੋ ਕੇ ਜਾ ਚੁੱਕੇ ਆ। ਉਹਨੇ ਘਰ ਨੂੰ ਹੀ ਹਸਪਤਾਲ ਬਣਾਤਾ, ਪਰ ਕਦੇ ਵੀ ਕਿਸੇ ਗੋਦੀ ਮੀਡੀਆ ਨੇ ਇਹ ਗੱਲ ਨਹੀਂ ਕਹੀ ਕਿ ਕਿਸਾਨ ਇੱਦਾਂ ਵੀ ਕਰਦੇ ਆ। ਸੋ ਬਹੁਤ ਸਾਰੇ ਲੋਕ ਚੰਗਾ ਕੰਮ ਵੀ ਕਰਦੇ ਆ। ਬਾਰਡਰਾਂ ਦੇ ਉੱਤੇ ਇਸ ਵਕਤ ਕਿਸਾਨ ਆ ਜਿਹੜੇ ਉਹ ਡੱਬਿਆਂ ਦੇ ਵਿੱਚ ਭੋਜਨ ਪੈਕ ਕਰਕੇ, ਸਾਫ਼ ਸੁਥਰਾ ਭੋਜਨ ਪੈਕ ਕਰਕੇ, ਲੰਗਰ ਪੈਕ ਕਰਕੇ ਹਸਪਤਾਲਾਂ ਦੇ ਵਿੱਚ ਕਰੋਨਾ ਦੇ ਪੀੜਤ ਮਰੀਜ਼ਾਂ ਤੱਕ ਪਹੁੰਚਣਾ ਕਰ ਰਹੇ ਆ। ਉਹਨਾਂ ਦੇ ਵਾਰਸਾਂ ਤੱਕ ਪਹੁੰਚ ਰਹੇ ਆ ਜਿਹੜੇ ਕਿ ਬਾਹਰ ਬੈਠੇ ਰੋਟੀ ਦੀ ਉਡੀਕ ਕਰ ਰਹੇ ਆ। ਇਹਦੇ ਬਾਬਤ ਕਦੇ ਕਿਸੇ ਗੋਦੀ ਮੀਡੀਆ ਨੇ ਗੱਲ ਨਹੀਂ ਕਰਨੀ। ਇਹਦੇ ਬਾਬਤ ਕਦੇ ਵੀ ਕਿਸੇ ਅੰਨੀ ਭਗਤੀ ਵਾਲੇ ਵਿਅਕਤੀ ਨੇ ਗੱਲ ਨਹੀਂ ਕਰਨੀ ਵੀ ਇਹ ਵੀ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜ ਰਹੇ ਆ, ਪਰ ਮਨੁੱਖਤਾ ਦੀ ਸੇਵਾ ਵੀ ਕਰ ਰਹੇ ਆ, ਮਰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਕਿਸਾਨਾਂ ਬਾਰੇ ਗੱਲ ਕਹੀ ਜਾ ਰਹੀ ਹੈ ਇਹ ਕੋरोना फैलाते हैं, पर ये तो कोरोना को फैलने से रोकते हैं और बचाते हैं। कदे ਇਹਦੇ ਬਾਬਤ ਅਸੀਂ ਖਬਰ ਨਹੀਂ ਪੜੀ। ਸੋ ਜ਼ਿੰਦਾਬਾਦ ਰਵੇ ਇਨਸਾਨ ਤੇ ਜ਼ਿੰਦਾਬਾਦ ਰਵੇ ਕਿਸਾਨ ਤੇ ਲੋੜ ਆ ਇਸ ਵਕਤ ਕਿ ਅਸੀਂ ਕੋਰੋਨਾ ਮਹਾਮਾਰੀ ਦਾ ਮਿਲ ਕੇ ਮੁਕਾਬਲਾ ਕਰੀਏ। ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।